ਟੂਡੇ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਹੁਣ ਹਰ ਖਬਰ ਤੁਹਾਡੇ ਤੱਕ। ਕਾਂਗਰਸ ਪਾਰਟੀ ਦੇ ਵਿੱਚ ਫੁੱਟ ਪੂਰੀ ਤਰ੍ਹਾਂ ਉੱਭਰ ਕੇ ਆ ਗਈ ਸਾਹਮਣੇ। ਠੀਕ ਹੈ, ਐਮਸੀ ਨੇ ਜਿਹੜੇ ਉਹ ਉਹਨਾਂ ਨਾਲੋਂ ਵੱਖ ਹੋ ਗਏ। ਉਹਨਾਂ ਨੂੰ ਜਦੋਂ ਉਹਨਾਂ ਦੀ ਪਸੰਦ ਦਾ ਬਣਾਇਆ ਨਹੀਂ ਵੀ ਇਹ ਵਰਕਰਾਂ ਦਾ ਮਾਨ ਸਨਮਾਨ ਹੁੰਦਾ ਹੈਗਾ ਜਿਹੜੇ ਦਰੀਆਂ ਝਾੜਦੇ ਆ, ਪਾਰਟੀ ਵਾਸਤੇ ਮਰਦੇ ਆ, ਖੱਪਦੇ ਆ। ਫਿਰ ਤਾਂ ਵਿਧਾਇਕ ਵੀ ਅਸੀਂ, ਪਲੈਨਿੰਗ ਬੋਰਡ ਵੀ ਅਸੀਂ, ਬਾਕੀ ਜਿਹੜੇ ਕੋਈ ਦੋ ਚਾਰ ਉਹਦੇ ਦਾ ਕਿ ਫਿਰ ਆਪਦੇ ਹਾਂ ਫਿਰ ਤਾਂ ਆਪਦੇ ਪਰਿਵਾਰ 'ਚ ਚੱਲੀ ਜਾਂਦਾ ਸਾਰਾ ਕੁਝ। ਜਿਹੜੀ ਤੁਹਾਨੂੰ ਲੱਗਦਾ ਵੀ ਇਹ ਪਰਿਵਾਰਵਾਦ ਆ ਜਿਹੜਾ ਉਹ ਪੂਰੀ ਤਰ੍ਹਾਂ ਭਰੂ? ਬਿਲਕੁਲ, ਮੈਂ ਤਾਂ ਕਹਿੰਦਾ ਜਿਹਨੂੰ ਪੰਜਾਬੀ 'ਚ ਕਹਿੰਦੇ ਆਗੇ ਵੀ ਅੰਨਾ ਵੱਡੇ ਰਿਉੜੀਆਂ ਮੁੜ ਮੁੜ ਘਰਦਿਆਂ ਨੂੰ ਦੇ। ਇੱਥੇ ਅੰਨਾ ਵੱਡੇ ਰਿਉੜੀਆਂ ਮੁੜ ਮੁੜ ਘਰਦਿਆਂ ਨੂੰ ਦੇ। ਇੱਥੇ ਉਹਦੇ ਬੇਟੇ ਨੇ ਉਹ ਅਹੁਦਾ ਜ਼ਰੂਰ ਸੰਭਾਲਿਆ, ਪਰ ਸੰਭਾਲਣ ਤੋਂ ਬਾਅਦ ਅੱਜ ਤੱਕ ਦਫ਼ਤਰ ਖੁੱਲੇ ਹੀ ਨਹੀਂ, ਜਿੰਦਾ ਹੀ ਲੱਗਿਆ ਪਿਆ ਲੋਕਾਂ। ਮੈਂ ਸਾਰੇ ਵਰਕਰਾਂ ਨੂੰ ਅਪੀਲ ਕਰ ਦਾਂਗਾ, ਆਓ ਇਕੱਠੇ ਹੋਈਏ। ਆਪਾਂ ਕਾਂਗਰਸੀ ਆ, ਆਪਾਂ ਕਾਂਗਰਸ 'ਚ ਰਹਿਣਾ, ਕਾਂਗਰਸ 'ਚ ਮਰਨਾ। ਜੇ ਕਾਂਗਰਸ ਨੂੰ ਬਚਾਉਣਾ ਤੇ ਇੱਥੇ ਨਵਾਂ ਵੀਰਵਾਰ ਆਉਣਾ ਚਾਹੀਦਾ ਹੈਗਾ। ਜਿਹੜੀ ਬੈਰ ਵਿਰੋਧ ਦੀ ਨੀਤੀ ਆ, ਇਹ ਲੀਡਰ ਬਣਾ ਕੇ ਆਪਾਂ ਨੂੰ ਆਪਸ 'ਚ ਲੜਾਉਂਦੇ ਆ, ਇਹ ਤਾਂ ਹੀ ਖਤਮ ਹੋਊਗੀ ਇੱਕ ਝੰਡੇ ਇਕੱਠੇ ਹੋ ਕੇ। ਜਿਹੜਾ ਕੈਂਡੀਡੇਟ ਆ ਕਾਂਗਰਸ ਦਾ ਉਹ ਲੋਕਲ ਹੋਣਾ ਚਾਹੀਦਾ। 3 ਸੀਟਾਂ ਅਸੀਂ ਹਾਰ ਗਏ, ਮੈਂਬਰ ਪਾਰਲੀਮੈਂਟ ਦੀ ਚੋਣ ਅਸੀਂ ਹਾਰ ਗਏ। ਕਿਸੇ 'ਚ ਨੁਕਸ ਕੱਢਣ ਦੀ ਬਜਾਏ ਕਦੇ ਆਪਦੀ ਪੀੜ੍ਹੀ ਹੇਠਾਂ ਸੋਟਾ ਨਹੀਂ ਫੇਰਿਆ ਲੀਡਰਾਂ ਨੇ ਵੀ ਅਸੀਂ ਕਿਉਂ ਹਾਰੇ ਹਾਂ। ਗੁਰਜੀਤ ਸਿੰਘ ਰਾਮਨ ਵਾਸੀ ਆ, ਕਿਸੇ ਕਾਂਗਰਸ ਦੇ ਫੰਕਸ਼ਨ 'ਚ ਜਨਤਕ ਤੌਰ ਤੇ ਦਿਖਾ ਦੇਣ ਵੀ ਇਹਨੇ ਕਾਂਗਰਸ ਜੁਆਇਨ ਕੀਤੀ ਹੋਵੇ। ਸਿੱਧੀ ਟਿਕਟ ਦੇ ਕੇ ਨਿੱਕਾ ਜੀ ਉਹਨੂੰ ਪ੍ਰਧਾਨ ਦਾ ਕੈਂਡੀਡੇਟ ਬਣਾਉਣਾ ਤੇ ਬੀਜੇਪੀ 'ਚੋਂ 24 ਘੰਟੇ ਪਹਿਲਾਂ ਆਏ ਜੁਆਇਨ ਕੀਤੇ ਬੰਦੇ ਨੂੰ ਵਾਈਸ ਪ੍ਰਧਾਨ ਬਣਾਉਣਾ। ਮੈਂ ਕਹਿੰਦਾ ਸਮੂਹ ਕਾਂਗਰਸੀਆਂ ਨੂੰ ਆਪਦੀ ਅੰਤਰਾਤਮਾ ਨਾਲ ਇਹ ਸੋਚਣਾ ਚਾਹੀਦਾ ਵੀ ਦਰੀਆਂ ਝਾੜਨ ਜੋਗੇ ਕਾਂਗਰਸੀ ਰਹਿ ਗਏ, ਮਲਾਈ ਦੂਜੇ ਖਾ ਗਏ। ਤਾਂ ਇਹੋ ਜਿਹੇ ਜ਼ਿੰਮੇਵਾਰ ਵਿਅਕਤੀ ਨੂੰ ਇਹੋ ਜਿਹੀ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ। ਕੋਈ ਨਹੀਂ, ਢੱਠੇ ਦੇ ਸਿੰਘ ਵੱਢ ਤੇ, ਪਰ ਢੱਠੇ ਦੇ ਸਿੰਘ ਹਜੇ ਆਏ ਨਹੀਂ ਪਤਾ ਢੱਠਾ ਕਿਹਨੂੰ ਆਪਦੇ ਸਿੰਘਾਂ 'ਤੇ ਚੱਕ ਲੂਗਾ। ਹਾਊਸ ਵਿੱਚ ਜਾ ਕੇ ਜੋ ਧੱਕੇਸ਼ਾਹੀ ਹੋਈ, ਜੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਮੈਂ ਸਮਝਦਾ ਉਸ ਨਾਲ ਬਰਨਾਲਾ ਸ਼ਹਿਰ ਦੇ ਆਮ ਲੋਕਾਂ ਦੇ ਜੋ ਕਾਂਗਰਸ ਪਾਰਟੀ ਨਾਲ ਮੈਂ ਕਹਿੰਦਾ ਸੰਬੰਧਿਤ ਵੀ ਨਹੀਂ ਸੀ, ਉਹ ਲੋਕਾਂ ਦੇ ਮਨ 'ਤੇ ਇਸ ਚੀਜ਼ ਦੀ ਭਾਰੀ ਠੇਸ ਪਹੁੰਚੀ ਆ ਵੀ ਇੰਨਾ ਵੱਡਾ ਧੱਕਾ ਇੱਕ ਚੁਣੇ ਹੋਏ ਵਿਅਕਤੀ ਜਿਸ ਨੂੰ ਪ੍ਰਧਾਨਗੀ ਤੇ ਵਾਈਸ ਪ੍ਰਧਾਨਗੀ ਦੀ ਚੋਣ ਵਾਸਤੇ ਜੋ ਪ੍ਰਕਿਰਿਆ ਚੱਲ ਰਹੀ ਆ ਉਸ ਵਿੱਚ ਵਿਘਨ ਪਾਉਣਾ ਤੇ ਨਜਾਇਜ਼ ਤੌਰ ਤੇ ਦਖਲਅੰਦਾਜ਼ੀ ਕਰਨੀ, ਮੈਂ ਕਹਿੰਦਾ ਇਦੋਂ ਵੱਡੀ ਸ਼ਰਮਨਾਕ ਘਟਨਾ ਕੋਈ ਹੋ ਨਹੀਂ ਸਕਦੀ। ਗਿਆਨ ਨਹੀਂ ਸੀ ਉਹਨਾਂ ਤੋਂ, ਜ਼ਬਰਦਸਤੀ ਖਾਲੀ ਕਾਗਜ਼ਾਂ ਉੱਪਰ ਅਟੈਂਡੈਂਸ ਕਹਿ ਕੇ ਸਾਈਨ ਕਰਵਾ ਲਏ ਗਏ। ਟੂਡੇ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਆਪਣਾ ਹਰਿੰਦਰ ਨਿੱਕਾ। ਖਰੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਪਹੁੰਚੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹੇਸ਼ ਕੁਮਾਰ ਲੋਟਾ ਜੀ ਨਾਲ ਅਸੀਂ ਗੱਲਬਾਤ ਕਰਦੇ ਹਾਂ। ਲੋਟਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਲੋਟਾ ਜੀ, ਨਗਰ ਕੌਂਸਲ ਦੀਆਂ ਚੋਣਾਂ ਹੋ ਚੁੱਕੀਆਂ ਤੇ ਅਹੁਦੇਦਾਰਾਂ ਦੀ ਚੋਣ ਵੀ ਹੋ ਗਈ। ਇਹਦੇ ਵਿੱਚ ਜਿਹੜਾ ਤੁਸੀਂ ਕੀ ਸਥਿਤੀ ਦੇਖ ਰਹੇ ਹੋ ਵੀ ਹਲਕਾ ਇੰਚਾਰਜ ਦੀ ਭੂਮਿਕਾ ਰਹੀ ਕੀ ਹੈ? ਦੇਖੋ ਜੀ, 15 ਤਰੀਕ ਨੂੰ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਜਿਹੜੀ ਹੋਈ ਹੈਗੀ, ਉਸ ਵਿੱਚ ਮੈਂ ਤਾਂ ਕਹੂੰਗਾ ਵੀ ਉਸ ਦਿਨ ਨੂੰ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਣਾ ਚਾਹੀਦਾ। ਕਾਂਗਰਸ ਦੇ ਟਿਕਟ ਤੇ ਜਿੱਤੇ ਹੋਏ 16 ਐਮਸੀ ਤੇ ਉਸ ਤੋਂ ਬਾਅਦ 2 ਐਮਸੀ ਕਾਂਗਰਸ ਜੁਆਇਨ ਕਰ ਗਏ ਤੇ 31 ਐਮਸੀਆਂ ਦਾ ਟੋਟਲ ਹਾਊਸ ਹੈਗਾ। ਐਮਸੀਆਂ ਨੂੰ ਇਸ ਚੀਜ਼ ਤੋਂ ਗੁੰਮਰਾਹ ਕਰਕੇ ਜਿਹੜਾ ਪ੍ਰਧਾਨ, ਮੈਂ ਤਾਂ ਉਹਨੂੰ ਪ੍ਰਧਾਨ ਮੰਨਦਾ ਹੀ ਨਹੀਂ, ਪ੍ਰਧਾਨ ਚੁਣਿਆ ਗਿਆ ਕਿਉਂਕਿ ਉਹ ਲੋਕਤੰਤਰ ਡੈਮੋਕ੍ਰੇਸੀ ਦੀ ਹੱਤਿਆ ਹੋਈ ਆ ਉਸ ਦਿਨ। ਜਿਹੜੇ ਵਿਅਕਤੀ ਨੂੰ ਹਾਊਸ ਵਿੱਚ ਹੱਥ ਖੜੇ ਕਰਕੇ 17 ਵੋਟਾਂ ਪਈਆਂ ਤੇ ਦੂਸਰੇ ਪਾਸੇ 5 ਵੋਟਾਂ ਪਈਆਂ ਨਹੀਂ ਆ, ਉਸ ਦੌਰਾਨ ਜੋ ਮੇਰੇ ਸਾਥੀ ਐਮਸੀ, ਮੇਰੇ ਭਰਾ, ਮੇਰੀਆਂ ਭੈਣਾਂ ਅੰਦਰ ਹਾਜ਼ਰ ਸੀ, ਉਹਨਾਂ ਨੇ ਆ ਕੇ ਦੱਸਿਆ ਵੀ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਤਾਂ ਪਰਮਜੀਤ ਸਿੰਘ ਦੇ ਹੱਕ ਵਿੱਚ 17 ਬੰਦਿਆਂ ਨੇ ਹੱਥ ਖੜੇ ਕੀਤੇ ਤੇ ਗੁਰਜੀਤ ਸਿੰਘ ਰਾਮਨ ਵਾਸੀਏ ਦੇ ਹੱਕ ਵਿੱਚ 5 ਤੋਂ 7 ਬੰਦਿਆਂ ਨੇ ਹੱਥ ਖੜੇ ਕੀਤੇ। ਮੈਂਬਰ ਨਵੇਂ ਸੀ, ਉਹਨਾਂ ਨੂੰ ਹਾਊਸ ਬਾਰੇ ਇਸ ਚੀਜ਼ ਦਾ ਗਿਆਨ ਨਹੀਂ ਸੀ। ਉਹਨਾਂ ਤੋਂ ਜ਼ਬਰਦਸਤੀ ਖਾਲੀ ਕਾਗਜ਼ਾਂ ਉੱਪਰ ਅਟੈਂਡੈਂਸ ਕਹਿ ਕੇ ਸਾਈਨ ਕਰਵਾ ਲਏ ਗਏ। ਉਸ ਤੋਂ ਬਾਅਦ ਇਹ ਕਹਿ ਕੇ ਵੀ ਤੁਸੀਂ ਚਾਹ ਪੀਓ, ਬ੍ਰੇਕ ਲੈ ਲਓ, ਕੋਈ ਗੱਲ ਨਹੀਂ, ਤੁਹਾਡਾ ਪ੍ਰਧਾਨ ਚੁਣਿਆ ਗਿਆ, ਆਪਾਂ ਪ੍ਰੋਸੀਡਿੰਗ ਲਿਖ ਲੈਂਦੇ ਆਂਗੇ। ਉਸ ਤੋਂ ਬਾਅਦ ਜੋ ਘਟਨਾਕ੍ਰਮ ਵਾਪਰਿਆ, ਹਲਕਾ ਇੰਚਾਰਜ ਬਰਨਾਲਾ
ਜੋ ਉਸ ਹਾਊਸ ਦਾ ਅਫੀਸ਼ੀਅਲ ਤੌਰ ਤੇ ਮੈਂਬਰ ਨਹੀਂ ਸੀ, ਉਸਨੇ ਜਿਸ ਨੂੰ ਵਿਕਾਸ ਪੁਰਸ਼ ਦੇ ਨਾਮ ਨਾਲ ਜਾਣਿਆ ਜਾਂਦਾ, ਮੈਂ ਸਮਝਦਾ ਉਸ ਦਿਨ ਉਹਨਾਂ ਨੇ ਜੋ ਵਿਨਾਸ਼ ਕੀਤਾ ਸ਼ਾਇਦ ਉਹ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਜਾ ਸਕਦਾ। ਹਾਊਸ ਵਿੱਚ ਜਾ ਕੇ ਜੋ ਧੱਕੇਸ਼ਾਹੀ ਹੋਈ, ਜੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਮੈਂ ਸਮਝਦਾ ਉਸ ਨਾਲ ਬਰਨਾਲਾ ਸ਼ਹਿਰ ਦੇ ਆਮ ਲੋਕਾਂ ਦੇ, ਜੋ ਕਾਂਗਰਸ ਪਾਰਟੀ ਨਾਲ ਮੈਂ ਕਹਿੰਦਾ ਸੰਬੰਧਿਤ ਵੀ ਨਹੀਂ ਸੀ, ਉਹ ਲੋਕਾਂ ਦੇ ਮਨ ਤੇ ਇਸ ਚੀਜ਼ ਦੀ ਭਾਰੀ ਠੇਸ ਪਹੁੰਚੀ ਆ ਵੀ ਇੰਨਾ ਵੱਡਾ ਧੱਕਾ ਇੱਕ ਚੁਣੇ ਹੋਏ ਵਿਅਕਤੀ ਜਿਸ ਨੂੰ ਪ੍ਰਧਾਨਗੀ ਤੇ ਵਾਈਸ ਪ੍ਰਧਾਨਗੀ ਦੀ ਚੋਣ ਵਾਸਤੇ ਜੋ ਪ੍ਰਕਿਰਿਆ ਚੱਲ ਰਹੀ ਆ ਉਸ ਵਿੱਚ ਵਿਘਨ ਪਾਉਣਾ ਤੇ ਨਜਾਇਜ਼ ਤੌਰ ਤੇ ਦਖਲਅੰਦਾਜ਼ੀ ਕਰਨੀ, ਮੈਂ ਕਹਿੰਦਾ ਇਦੋਂ ਵੱਡੀ ਸ਼ਰਮਨਾਕ ਘਟਨਾ ਕੋਈ ਹੋ ਨਹੀਂ ਸਕਦੀ। ਲੋਟਾ ਜੀ, ਇਹਦੇ ਨਾਲ ਕੀ ਹੈ ਵੀ ਜਿੱਥੇ ਕੇਵਲ ਸਿੰਘ ਢਿੱਲੋਂ ਦਾ ਜ਼ਿਕਰ ਆਉਂਦਾ ਵੀ ਉਹ ਹਾਊਸ ਦੇ ਮੈਂਬਰ ਨਾ ਹੋਣ ਦੇ ਬਾਵਜੂਦ ਉਹ ਹਾਊਸ ਦੇ ਵਿੱਚ ਚਲੇ ਗਏ, ਵੀ ਜਿਹੜਾ ਬਿਲਕੁਲ ਗੈਰ ਕਾਨੂੰਨੀ ਸੀ, ਪਰ ਉੱਥੇ ਜਿਹੜਾ IAS ਅਧਿਕਾਰੀ ਬਰਜੀਤ ਵਾਲੀਆ ਬੈਠਾ ਸੀ, ਇਹ ਉਹਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ? ਦੇਖੋ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ, ਕਿਉਂਕਿ ਤੁਸੀਂ ਦੇਖਿਆ ਉਹ ਨਿੱਕਾ ਹੀ ਤੁਸੀਂ ਵੀ ਉੱਥੇ ਹਾਜ਼ਰ ਸੀ। ਬਾਹਰ ਨਗਰ ਕੌਂਸਲ ਦੇ ਬਾਹਰ ਇੱਕ ਬਹੁਤ ਵੱਡਾ ਸਾਰਾ ਬੋਰਡ ਲੱਗਿਆ ਹੋਇਆ ਸੀਗਾ ਜਿਸ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਇਆ ਸੀ ਵੀ ਬਿਨਾਂ ਕਿਸੇ ਮੈਂਬਰ ਤੋਂ ਨਗਰ ਕੌਂਸਲ ਦੇ ਅੰਦਰ ਕੋਈ ਵੀ ਵਿਅਕਤੀ ਦਾਖਲ ਨਹੀਂ ਹੋ ਸਕਦਾ। ਉਸ ਦੇ ਆਈ ਕਾਰਡ ਵੀ ਚੈੱਕ ਕੀਤੇ ਗਏ, ਉਹਨਾਂ ਦੀ ਅਟੈਂਡੈਂਸ ਵੀ ਬਾਹਰ ਲਗਾਈ ਗਈ। ਮੇਰੇ ਨਾਲ ਮੇਰੇ ਸਾਥੀ ਕੁਲਦੀਪ ਧਰਮਾ, ਪਰਮਜੀਤ ਸਿੰਘ ਪੱਖੋ, ਨੀਰਜ, ਉਹ ਬਾਹਰ ਮੇਰੇ ਨਾਲ ਖੜੇ ਸੀਗੇ। ਉਹਨਾਂ ਦੀ ਮਦਰ, ਕਿਸੇ ਦੀ ਵਾਈਫ ਉਸ ਹਾਊਸ ਦਾ ਮੈਂਬਰ ਸੀ। ਅਸੀਂ ਵੀ ਉਹਨਾਂ ਨੂੰ ਸਮਝਾਇਆ ਵੀ ਆਪਾਂ ਹਾਊਸ ਦੀ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ। ਮੈਂਬਰ ਅੰਦਰ ਚਲੇ ਗਏ, ਆਪਣਾ ਮੈਂਬਰਾਂ ਦੇ ਨਾਲ ਅੰਦਰ ਜਾਣ ਦਾ ਕੋਈ ਹੱਕ ਨਹੀਂ। ਉਹਨਾਂ ਦਾ ਆਪਦਾ ਡੈਮੋਕ੍ਰੇਸੀ ਅਧਿਕਾਰ ਆ, ਕਿਸ ਨੂੰ ਵੋਟ ਪਾਉਂਦੇ ਆ ਜਾਂ ਕਿਸ ਨੂੰ ਨਹੀਂ ਪਾਉਂਦੇ। ਹੈਰਾਨੀ ਦੀ ਗੱਲ ਤਾਂ ਮੈਂ ਤਾਂ ਇਹ ਸਮਝਦਾ, ਜਿਸ ਬੰਦੇ ਨੂੰ ਅਨਅਧਿਕਾਰਤ ਤੌਰ ਤੇ ਨਗਰ ਕੌਂਸਲ ਦਾ ਪ੍ਰਧਾਨ ਐਲਾਨਿਆ ਗਿਆ ਹੈਗਾ ਹਲਕਾ ਇੰਚਾਰਜ ਵੱਲੋਂ, ਤੇ ਹਾਊਸ ਵਿੱਚ ਜੋ ਧੱਕੇਸ਼ਾਹੀ ਹੋਈ ਹੈ, ਕਾਂਗਰਸ ਦੇ ਮੈਂਬਰਾਂ ਨੂੰ ਜਿਨ੍ਹਾਂ ਨੇ 5 ਸਾਲ ਉਸ ਪ੍ਰਧਾਨ ਨਾਲ ਬਤੀਤ ਕਰਨੇ ਹੋਣ, ਲੋਕਾਂ ਨੇ ਵੋਟਾਂ ਪਾ ਕੇ ਲੋਕਾਂ ਦੀ ਕਚਹਿਰੀ ਵਿੱਚ ਵਿਕਾਸ ਦੇ ਨਾਮ ਤੇ ਉਹਨਾਂ ਨੇ ਵੋਟਾਂ ਮੰਗੀਆਂ ਨੇਗੀਆਂ, ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿੱਡੀ ਸ਼ਰਮ ਦੀ ਗੱਲ ਆ ਵੀ 5 ਸਾਲ ਸਾਨੂੰ ਕਿਹਦੇ ਲੜ ਲਾਉਣ ਜਾ ਰਹੇ ਆ। ਹਰੇਕ ਬੰਦੇ ਦਾ ਸੁਪਨਾ ਹੁੰਦਾ, ਆਪਾਂ ਜੀਵਨ ਸਾਥੀ ਚੁਣਦੇ ਆ, ਉਹ 'ਚ ਦੇਖਦੇ ਆ ਵੀ ਕਿੰਨੇ ਗੁਣ ਮਿਲਦੇ ਆ, ਆਪਾਂ ਕੁੰਡਲੀਆਂ ਚੈੱਕ ਕਰਾਉਂਦੇ ਆ। ਇਸ ਦਾ ਨਾ ਕੁੰਡਲੀ ਨਾ ਕੋਈ ਹੋਰ ਵਿਧੀ ਵਿਧਾਨ, ਸਾਰਾ ਕੁਛ ਹੀ ਖਤਮ ਕਰਤਾ। ਜਿਹਨੇ ਵਿਧਾਤਾ ਵਾਲੇ ਲਿਖ ਕੇ ਆ ਗਏ ਢਿੱਲੋਂ ਸਾਹਿਬ, ਵਿਧਾਤਾ ਵਾਲੇ ਲਿਖ ਕੇ ਆ ਗਏ। ਇਹ ਪਹਿਲਾਂ ਹੀ ਤੈਅ ਸੀ। ਦੇਖੋ, ਮੈਂ ਆਪਦਾ ਨਿੱਜੀ ਤੌਰ ਤੇ ਦੱਸਦਾ, 1998 ਵਿੱਚ ਮੇਰੇ ਮਾਤਾ ਜੀ ਨਗਰ ਕੌਂਸਲ ਦੀ ਚੋਣ ਲੜੇ ਸੀ। ਉਸ ਤੋਂ ਬਾਅਦ ਲਗਾਤਾਰ 15 ਸਾਲ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈਗਾ। ਇਸ ਵਾਰ ਚਲੋ ਪਰਮਾਤਮਾ ਦੀ ਕਚਹਿਰੀ ਵਿੱਚ ਹਾਰ ਜਿੱਤ ਤਾਂ ਮੁਕੱਦਰ ਦੇ ਖੇਡੇ ਆ। ਹਾਰ ਜਿੱਤ ਸਿੱਕੇ ਦੇ 2 ਪਹਿਲੂ ਆ। ਕਿਸੇ ਬੰਦੇ ਨੇ ਜਿੱਤਣਾ ਹੁੰਦਾ, ਕਿਸੇ ਨੇ ਹਾਰਨਾ ਹੁੰਦਾ। ਪਰ ਮੈਂ ਸਮਝਦਾ ਮੈਂ ਹਾਰਿਆ ਨਹੀਂ, ਮੈਂ ਜਿੱਤਿਆ। ਜਿੱਥੇ ਕਾਂਗਰਸ ਨੂੰ ਉੱਥੇ 285 ਵੋਟਾਂ ਪਈਆਂ ਸੀ ਪਿਛਲੀ ਵਾਰ, ਲੋਕਾਂ ਨੇ ਮੈਨੂੰ 890 ਦੇ ਕਰੀਬ ਵੋਟਾਂ ਪਾ ਕੇ ਬਹੁਤ ਮੇਰਾ ਸਮਰਥਨ ਕੀਤਾ। ਮੈਂ ਉਹ ਲੋਕਾਂ ਦਾ ਧੰਨਵਾਦ ਕਰਦਾ। ਰਹੀ ਗੱਲ ਵਿਕਾਸ ਦੀ, ਵਿਕਾਸ ਮੈਂ ਨਹੀਂ ਸਮਝਦਾ ਵੀ ਇਸ ਤਰੀਕੇ ਨਾਲ ਡੈਮੋਕ੍ਰੇਸੀ ਦੀ ਹੱਤਿਆ ਕਰਕੇ ਕੋਈ ਵਿਕਾਸ ਆਪਾਂ ਕਰ ਸਕਦੇ ਹਾਂ। ਲੋਟਾ ਸਾਹਿਬ, ਇਸ ਤੋਂ ਬਿਨਾਂ ਇੱਕ ਗੱਲ ਹੋਰ ਹੈ, ਜਿਵੇਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਡੀਲਿਮਿਟੇਸ਼ਨ ਹੋਈ ਸੀ। ਹਾਂਜੀ, ਕਿ ਜਿਹੜੇ ਵਾਰਡ ਦੇ ਵਿੱਚੋਂ ਤੁਸੀਂ ਲਗਾਤਾਰ 15 ਸਾਲ ਤੁਸੀਂ ਜਿੱਤਦੇ ਰਹੇ ਤੇ ਇੱਕ ਵਾਰ ਤੁਹਾਡੇ ਮਾਤਾ ਜੀ ਨੂੰ ਮੌਕਾ ਮਿਲਿਆ ਵੀ ਉਦੋਂ SC ਰਿਜ਼ਰਵ ਕਰ ਦਿੱਤਾ ਗਿਆ, ਵੀ ਇਹ ਡੀਲਿਮਿਟੇਸ਼ਨ ਵੀ ਇਹ ਪੱਖਪਾਤ ਕਰਕੇ ਕੀਤੀ ਗਈ। ਦੇਖੋ, ਡੀਲਿਮਿਟੇਸ਼ਨ ਕਮੇਟੀ ਜੋ ਕਾਂਗਰਸ ਨੇ ਆਪਦੇ 2 ਮੈਂਬਰ ਉਹ 'ਚ ਬਣਾਏ ਸੀ, ਮੈਂ ਕਹਿੰਦਾ ਜਾਂ ਤਾਂ ਉਹਨਾਂ ਨੂੰ ਤੱਥਾਂ ਦਾ ਨਹੀਂ ਪਤਾ ਸੀ, ਜਾਂ ਬੜੀ ਚਲਾਕੀ ਨਾਲ ਜਿਹੜੇ ਬੰਦੇ ਰਾਜਨੀਤਿਕ ਤੌਰ 'ਚ ਅੱਗੇ ਆ ਸਕਦੇ ਸੀ ਉਹਨਾਂ ਦੀ ਸਿਆਸੀ ਤੌਰ ਤੇ ਡੀਲਿਮਿਟੇਸ਼ਨ ਕਮੇਟੀ ਨੇ ਉਹਨਾਂ ਦੀ ਹੱਤਿਆ ਕੀਤੀ ਹੈ। ਵਾਰਡ ਨੰਬਰ 7, ਵਾਰਡ ਨੰਬਰ 26 ਤੇ ਵਾਰਡ ਨੰਬਰ 30 ਜਿਹੜੇ ਇਹ ਵਾਰਡ ਆ ਗਏ, ਕਾਂਗਰਸ ਨੇ ਇੱਥੇ ਮੈਨੂੰ ਲੱਗਦਾ 200 ਵੋਟ ਤੋਂ ਵੱਧ ਵੋਟਾਂ ਪ੍ਰਾਪਤ ਨਹੀਂ ਕੀਤੀਆਂ। ਇਸੇ ਤਰ੍ਹਾਂ ਹੀ ਵਾਰਡ ਨੰਬਰ 18, 28 ਤੇ ਵਾਰਡ ਨੰਬਰ 19, ਸਾਡਾ ਵਾਰਡ ਤਾਂ SC ਰਿਜ਼ਰਵ ਕਰ ਦਿੱਤਾ ਗਿਆ, ਜਦੋਂ ਕਿ ਵਾਰਡ ਨੰਬਰ 28 ਤੇ ਵਾਰਡ ਨੰਬਰ 19 ਇਹ ਦੋਨੇ ਵਾਰਡ ਜਰਨਲ ਸੀਗੇ, ਪਰ ਕਾਂਗਰਸ ਨੇ ਇੱਥੋਂ ਟਿਕਟਾਂ ਰਿਜ਼ਰਵ ਕਲਾਸ ਨੂੰ ਦਿੱਤੀਆਂ। ਇਸੇ ਤਰ੍ਹਾਂ ਹੀ ਪਲਵਿੰਦਰ ਸਿੰਘ ਗੋਗਾ, ਮੈਂ ਉਹਦਾ ਬਾਹਲਾ ਨਾਂ ਲੈਣਾ ਵਧੀਆ ਨਹੀਂ ਸਮਝਦਾ, ਕਿਉਂਕਿ ਪਰ ਚਲੋ ਡੀਲਿਮਿਟੇਸ਼ਨ ਕਮੇਟੀ ਦਾ ਮੈਂਬਰ ਸੀ, ਕੋਈ ਉਹ ਸੀਨੀਅਰ ਕਾਂਗਰਸ ਦਾ ਮੈਂਬਰ ਨਹੀਂ, ਕੋਈ
ਕੋਈ ਉਹਨੇ ਪਾਰਟੀ ਦਾ ਅੱਜ ਤੱਕ ਕੋਈ ਉਹਨੂੰ ਅਹੁਦਾ ਨਹੀਂ ਮਿਲਿਆ। ਮੈਂ ਨਹੀਂ ਸਮਝਦਾ ਕਿਸ ਪਾਲਿਸੀ ਕਰਕੇ ਏਡੀ ਵੱਡੀ ਡੀਲਿਮਿਟੇਸ਼ਨ ਕਮੇਟੀ ਦਾ ਉਹਨੂੰ ਮੈਂਬਰ ਬਣਾ ਦਿੱਤਾ ਗਿਆ। ਜਿਸ ਵਾਰਡ ਵਿੱਚ ਉਹ ਰਹਿੰਦਾ ਉਸ ਵਾਰਡ ਨੂੰ ਐਸਸੀ ਰਿਜ਼ਰਵ ਕਰ ਦਿੱਤਾ ਗਿਆ, ਪਰ ਕਾਂਗਰਸ ਕੋਲ ਉੱਥੇ ਕੋਈ ਕੈਂਡੀਡੇਟ ਹੀ ਨਹੀਂ ਸੀਗਾ। ਜਿਹੜੇ ਵਾਰਡ ਮੈਂ ਤੁਹਾਨੂੰ ਪਹਿਲਾਂ ਦੱਸਿਆ 3 ਵਾਰਡ, ਉੱਥੇ ਵੀ ਕਾਂਗਰਸ ਦੀ ਹਾਲਤ ਇਹ ਸੀ ਵੀ 200 ਤੋਂ ਵੱਧ ਕਾਂਗਰਸ ਉੱਥੇ ਵੋਟਾਂ ਨਹੀਂ ਪ੍ਰਾਪਤ ਕਰ ਸਕੀ। ਮੈਂ ਤਾਂ ਇਹੀ ਕਹੂੰਗਾ ਵੀ ਸਾਨੂੰ ਸਿਆਸੀ ਤੌਰ ਤੇ ਖਤਮ ਕਰਨ ਲਈ, ਕਿਉਂਕਿ ਜੇ ਕਲੀ ਜੋਟਾ ਜਿਹਨੂੰ ਔਡ ਈਵਨ ਕਹਿੰਦੇ ਆ ਆਪਾਂ, ਜੇ ਸਰਕਾਰ ਨੇ ਕਰਨਾ ਸੀ ਤਾਂ ਕਲੀ ਜੋਟੇ ਦੇ ਮੁਤਾਬਕ ਰਿਜ਼ਰਵ ਜਰਨਲ ਕਰਦੀ। ਇਹਨਾਂ ਨੇ ਆਪਦਾ ਹੀ ਫਾਰਮੂਲਾ ਬਣਾ ਕੇ ਉਹ ਵਾਰਡ ਲੈ ਜਾਂਦੇ ਤੇ ਆਪਦੇ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਖਤਮ ਕਰਨ ਲਈ ਸਾਡਾ ਵਾਰਡ ਐਸਸੀ ਰਿਜ਼ਰਵ ਕਰਤਾ। ਮੈਂ ਤਾਂ ਸਮਝਦਾ ਸਿਆਸੀ ਤੌਰ ਤੇ ਪਹਿਲਾਂ ਹੀ ਇਹਨਾਂ ਦੀ ਇਹ ਪਲੈਨਿੰਗ ਸੀ। ਬਾਅਦ 'ਚ ਮੈਨੂੰ ਹੁਣ ਪਤਾ ਲੱਗਦਾ ਲੋਕਾਂ ਤੋਂ ਇਹੋ ਜਿਹੀ ਸ਼ਬਦਾਵਲੀ ਇੱਕ ਜ਼ਿੰਮੇਵਾਰ ਇਨਸਾਨ ਵਰਤੇ। ਮੈਂ ਤੁਹਾਡੇ ਚੈਨਲ ਰਾਹੀਂ ਆਪਦਾ ਮੇਰਾ ਮਨ ਦੁਖਦਾ ਵੀ ਉਹ ਸ਼ਬਦਾਵਲੀ ਨੂੰ ਬਿਆਨ ਕਰਦੇ ਹੋਏ, ਪਰ ਮੈਂ ਦੱਸੇ ਬਿਨਾਂ ਰਹਿ ਵੀ ਨਹੀਂ ਸਕਦਾ ਕਿਉਂਕਿ ਉਹ ਸ਼ਬਦਾਵਲੀ ਇਹੋ ਜਿਹੀ ਸੀ। ਦੇਣੀ ਚਾਹੀਦੀ ਹੈ ਕਿਉਂਕਿ ਜੋ ਟਕਸਾਲੀ ਕਾਂਗਰਸ ਦੇ ਵਰਕਰ ਆ, ਅੱਜ ਸਾਡੇ ਨਾਲ ਹੋਇਆ, ਕੱਲ ਉਹਨਾਂ ਨਾਲ ਵੀ ਇਹ ਹੋਣ ਵਾਲਾ ਗਾ। ਉੱਥੇ ਇੱਕ ਜ਼ਿੰਮੇਵਾਰ ਵਿਅਕਤੀ ਨੇ ਕਹਿ ਕੇ ਵੀ ਇੱਕ 20 ਸਾਲ ਦਾ ਢੱਠਾ ਫਿਰਦਾ ਸੀ ਸ਼ਹਿਰ 'ਚ, ਉਹ ਢੱਠਾ ਅਸੀਂ ਕਾਬੂ ਕੀਤਾ। ਉਹਦੇ ਕੋਲ ਬੈਠੇ ਬੰਦਿਆਂ ਨੂੰ ਬਿਠਾ ਕੇ ਵੀ ਹੁਣ ਉਹ ਵਾਈਸ ਪ੍ਰਧਾਨ ਬਣਾ ਕੇ ਅਸੀਂ ਉਹ ਢੱਠੇ ਦੇ ਸਿੰਘ ਵੱਢਤੇ। ਮੈਂ ਸਮਝਦਾ ਇਹੋ ਜਿਹੇ ਜ਼ਿੰਮੇਵਾਰ ਵਿਅਕਤੀ ਨੂੰ ਇਹੋ ਜਿਹੀ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ। ਕੋਈ ਨਹੀਂ, ਢੱਠੇ ਦੇ ਸਿੰਘ ਵੱਢਤੇ, ਪਰ ਢੱਠੇ ਦੇ ਸਿੰਘ ਹਜੇ ਐਂ ਨਹੀਂ ਪਤਾ ਢੱਠਾ ਕਿਹਨੂੰ ਆਪਦੇ ਸਿੰਘਾਂ ਤੇ ਚੱਕ ਲੂਗਾ। ਠੀਕ ਹੈ। ਤੇ ਇਸ ਤੋਂ ਬਿਨਾਂ ਲੋਟਾ ਜੀ ਤੁਹਾਨੂੰ ਐਂ ਲੱਗਦਾ ਵੀ ਹੁਣ ਜਿਵੇਂ ਇਲੈਕਸ਼ਨ ਹੋ ਗਈ ਸਾਰੀ, ਇਲੈਕਸ਼ਨ ਤੋਂ ਬਾਅਦ ਇਹਦਾ ਮੂਹਰੇ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ 2022 ਦੀਆਂ। ਇਹ ਜਿਹੜੀ ਹੁਣ ਹੋਈ ਇਲੈਕਸ਼ਨ ਹੈ, ਇਹਦੇ ਤੋਂ ਬਾਅਦ ਬਦਲੀਆਂ ਹਾਲਤਾਂ ਦੇ ਵਿੱਚ ਰਾਜਨੀਤਿਕ ਹਾਲਤਾਂ ਜਿਹੜੀਆਂ ਬਦਲ ਗਈਆਂ। ਕਾਂਗਰਸ ਪਾਰਟੀ ਦੇ ਵਿੱਚ ਫੁੱਟ ਪੂਰੀ ਤਰ੍ਹਾਂ ਉੱਭਰ ਕੇ ਆ ਗਈ ਸਾਹਮਣੇ। ਠੀਕ ਹੈ, ਐਮਸੀ ਨੇ ਜਿਹੜੇ ਉਹ ਉਹਨਾਂ ਨਾਲੋਂ ਵੱਖ ਹੋ ਗਏ। ਉਹਨਾਂ ਨੂੰ ਜਦੋਂ ਉਹਨਾਂ ਦੀ ਪਸੰਦ ਦਾ ਬਣਾਇਆ ਨਹੀਂ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਤੇ ਵੀ ਇਹ ਸਾਰੀ ਜਿਹੜਾ ਘਟਨਾਕ੍ਰਮ ਹੈ ਉਹਦਾ ਕੋਈ ਅਸਰ ਪਊਗਾ। ਦੇਖੋ, ਹਰੇਕ ਬੰਦੇ ਦੀ ਆਪਦੀ ਜ਼ਮੀਰ ਹੁੰਦੀ ਆ, ਆਪਦਾ ਦਿਮਾਗ ਹੁੰਦਾ ਗਾ। ਮੈਂ ਸਮਝਦਾ ਇਦੋਂ ਘਟੀਆ ਸੋਚ ਕੋਈ ਹੋ ਨਹੀਂ ਸਕਦੀ। ਕੀ ਕਾਂਗਰਸ ਦੇ ਜਿਹੜੇ 16 ਟਿਕਟ ਤੇ ਜਿੱਤੇ ਹੋਏ ਬੰਦੇ ਸੀ ਉਹਨਾਂ 'ਚ ਕੋਈ ਉਮੀਦਵਾਰ ਯੋਗ ਨਹੀਂ ਸੀ ਜਿਹਨੂੰ ਅਸੀਂ ਪ੍ਰਧਾਨ ਬਣਾ ਸਕਦੇ, ਕਿਸੇ ਨੂੰ ਆਪਾਂ ਵਾਈਸ ਪ੍ਰਧਾਨ ਬਣਾ ਸਕਦੇ? ਜਿਸ ਆਦਮੀ ਨੇ ਕਾਂਗਰਸ ਦੀ ਪ੍ਰਾਇਮਰੀ ਮੈਂਬਰਸ਼ਿਪ ਵੀ ਨਹੀਂ ਜੁਆਇਨ ਕੀਤੀ, ਮੈਨੂੰ ਜਨਤਕ ਤੌਰ ਤੇ ਕਿਸੇ ਫੰਕਸ਼ਨ 'ਚ ਗੁਰਜੀਤ ਸਿੰਘ ਰਾਮਨ ਵਾਸੀ ਆ, ਕਿਸੇ ਕਾਂਗਰਸ ਦੇ ਫੰਕਸ਼ਨ 'ਚ ਜਨਤਕ ਤੌਰ ਤੇ ਦਿਖਾ ਦੇਣ ਵੀ ਇਹਨੇ ਕਾਂਗਰਸ ਜੁਆਇਨ ਕੀਤੀ ਹੋਵੇ। ਸਿੱਧੀ ਟਿਕਟ ਦੇ ਕੇ ਨਿੱਕਾ ਜੀ ਉਹਨੂੰ ਪ੍ਰਧਾਨ ਦਾ ਕੈਂਡੀਡੇਟ ਬਣਾਉਣਾ ਤੇ ਬੀਜੇਪੀ 'ਚੋਂ 24 ਘੰਟੇ ਪਹਿਲਾਂ ਆਏ ਜੁਆਇਨ ਕੀਤੇ ਬੰਦੇ ਨੂੰ ਵਾਈਸ ਪ੍ਰਧਾਨ ਬਣਾਉਣਾ। ਮੈਂ ਕਹਿੰਦਾ ਸਮੂਹ ਕਾਂਗਰਸੀਆਂ ਨੂੰ ਆਪਦੀ ਅੰਤਰਾਤਮਾ ਨਾਲ ਇਹ ਸੋਚਣਾ ਚਾਹੀਦਾ ਵੀ ਦਰੀਆਂ ਝਾੜਨ ਜੋਗੇ ਕਾਂਗਰਸੀ ਰਹਿ ਗਏ, ਮਲਾਈ ਦੂਜੇ ਖਾ ਗਏ। ਮੇਰਾ ਜਿਹੜਾ ਸਵਾਲ ਸੀ ਵੀ ਆਉਣ ਵਾਲੀ ਜਿਹੜੀ 2022 ਦੀਆਂ ਇਲੈਕਸ਼ਨਾਂ ਨੇ ਵੀ ਉਹਨਾਂ ਤੇ ਇਸ ਗੱਲ ਦਾ ਅਸਰ ਕਿਸ ਤਰ੍ਹਾਂ ਦਾ ਪੈ ਸਕਦਾ? ਕਾਂਗਰਸ ਪਾਰਟੀ ਦੀ ਹਾਲਤ ਬਣੂ ਕਿ ਜੀ? ਦੇਖੋ, ਜਿਹੜੇ ਇੱਥੇ ਬੰਦੇ ਪੋਲੀਟੀਕਲ ਤੌਰ ਤੇ ਵਿਚਰ ਰਹੇ ਆ ਉਹ ਨਹੀਂ ਚਾਹੁੰਦੇ ਕਾਂਗਰਸ 'ਚ ਇੱਕ ਹੋਵੇ, ਕਿਉਂਕਿ ਇਲਾਕੇ ਵਿੱਚ ਨਾ ਆਉਣਾ, ਇਲਾਕੇ ਵਿੱਚ ਨਾ ਵਿਚਰਨਾ, ਆਪਦੇ ਤਨਖਾਹੀਆਂ ਬੰਦਿਆਂ ਤੋਂ ਟਕਸਾਲੀ ਕਾਂਗਰਸੀਆਂ ਤੇ ਜਿਨ੍ਹਾਂ ਨੇ 40-40 ਸਾਲ ਕਾਂਗਰਸ 'ਚ ਦੁੱਖ ਝੱਲੇ, ਤਸੀਹੇ ਝੱਲੇ, ਉਹਨਾਂ ਤੇ ਹਕੂਮਤ ਕਰਾਉਣੀ, ਮੈਂ ਸਮਝਦਾ ਇਹ ਬਹੁਤ ਘਟੀਆ ਗੱਲ ਆ ਗਈ। ਕਾਂਗਰਸ ਦੇ ਵਰਕਰਾਂ ਨੂੰ ਸੋਚਣਾ ਚਾਹੀਦਾ। ਦੇਖੋ, ਸਾਰਿਆਂ ਨੇ ਇੱਥੇ ਰਹਿਣਾ ਗਾ। 2022 ਦੀ ਇਲੈਕਸ਼ਨ ਦਾ ਬਿਗਲ ਵੱਜ ਚੁੱਕਿਆ। ਸਾਡੇ ਤੇ ਵੀ ਬੜੇ ਘੜਾਲੇ ਚੜਾਏ ਆ ਗਏ ਰਾਜਨੀਤਿਕ ਲੋਕਾਂ ਨੇ। ਜਿਹੜੇ ਟਕਸਾਲੀ ਕਾਂਗਰਸੀ ਸੀ, ਜਿਨ੍ਹਾਂ ਦਾ ਕਾਂਗਰਸ ਪ੍ਰਤੀ ਕੁਝ ਦਰਦ ਆ, ਇਹ ਆਪਣੀ ਨਵੀਂ ਟੀਮ ਪੈਦਾ ਕਰਕੇ ਉਹ ਪੁਰਾਣੇ ਕਾਂਗਰਸੀ ਆ ਜਿਹੜੇ ਉਹਨਾਂ ਨੂੰ ਜਲੀਲ ਕਰਦੇ ਆ ਤੇ ਜਲੀਲ ਕਰਨਾ ਚਾਹੁੰਦੇ ਆ ਵੀ ਇਹ ਕਾਂਗਰਸ ਛੱਡ ਜਾਣ। ਪਤਾ ਨਹੀਂ ਇਹਨਾਂ ਦਾ ਮਨਸੂਬਾ ਕੀ ਆ, ਕਿਉਂ ਟਕਸਾਲੀ ਕਾਂਗਰਸੀ ਵਰਕਰਾਂ ਨਾਲ ਇਸ ਤਰੀਕੇ ਦਾ ਕਰ ਰਹੇ ਹੈਗੇ। ਮੈਂ ਸਾਰੇ ਵਰਕਰਾਂ ਨੂੰ ਅਪੀਲ ਕਰਦਾਗਾ, ਆਓ ਇਕੱਠੇ ਹੋਈਏ। ਆਪਾਂ ਕਾਂਗਰਸੀ ਆ, ਆਪਾਂ ਕਾਂਗਰਸ 'ਚ ਰਹਿਣਾ, ਕਾਂਗਰਸ 'ਚ ਮਰਨਾ। ਜੇ ਕਾਂਗਰਸ ਨੂੰ ਬਚਾਉਣਾ ਤੇ ਇੱਥੇ ਨਵਾਂ ਵੀਰਵਾਰ ਆਉਣਾ ਚਾਹੀਦਾ ਹੈਗਾ। ਜਿਹੜੀ ਬੈਰ ਵਿਰੋਧ ਦੀ ਨੀਤੀ ਆ, ਇਹ ਲੀਡਰ ਬਣਾ ਕੇ ਆਪਾਂ ਨੂੰ ਆਪਸ 'ਚ ਲੜਾਉਂਦੇ ਆ, ਇਹ ਤਾਂ ਹੀ ਖਤਮ ਹੋਊਗੀ ਇੱਕ ਝੰਡੇ ਇਕੱਠੇ ਹੋ ਕੇ। ਜਿਹੜਾ ਕੈਂਡੀਡੇਟ ਆ ਕਾਂਗਰਸ ਦਾ ਉਹ ਲੋਕਲ ਹੋਣਾ ਚਾਹੀਦਾ। 3 ਸੀਟਾਂ ਅਸੀਂ ਹਾਰ ਗਏ, ਮੈਂਬਰ ਪਾਰਲੀਮੈਂਟ ਦੀ ਚੋਣ ਅਸੀਂ ਹਾਰ ਗਏ। ਕਿਸੇ 'ਚ ਨੁਕਸ ਕੱਢਣ ਦੀ ਬਜਾਏ ਕਦੇ ਆਪਦੀ ਪੀੜ੍ਹੀ ਹੇਠਾਂ ਸੋਟਾ ਨਹੀਂ ਫੇਰਿਆ ਲੀਡਰਾਂ ਨੇ
ਵੀ ਅਸੀਂ ਕਿਉਂ ਹਾਰੇ ਹਾਂ। ਲੋਕਾਂ 'ਚ ਵਿਚਰਨਾ ਨਹੀਂ, ਕਿਸੇ ਦਾ ਕੰਮ ਨਹੀਂ ਕਰਨਾ, ਕਿਸੇ ਦਾ ਫੋਨ ਨਹੀਂ ਚੁੱਕਣਾ। ਮੈਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ, ਜੇ ਇਕੱਠੇ ਹੋ ਕੇ ਕਾਂਗਰਸ ਬਚਾਉਣੀ ਆ, ਕਾਂਗਰਸ 'ਚ ਰਹਾਂਗੇ ਤਾਂ ਆਪਾਂ ਨੂੰ ਜਿਹੜਾ ਉਮੀਦਵਾਰ ਆ ਕਾਂਗਰਸ ਦਾ ਉਹ ਲੋਕਲ ਹੋਣਾ ਚਾਹੀਦਾ, ਉਹਨੂੰ ਵਰਕਰਾਂ ਦੇ ਦੁੱਖ ਦਰਦ ਦਾ, ਤਕਲੀਫ ਦਾ ਗਿਆਨ ਹੋਵੇ। ਲੋਟਾ ਜੀ, ਇਸ ਤੋਂ ਬਿਨਾਂ ਜਿਵੇਂ ਹੁਣ ਗੱਲ ਚੱਲ ਰਹੀ, ਤੁਸੀਂ ਕਿਹਾ ਉਮੀਦਵਾਰ ਲੋਕਲ ਹੋਣਾ ਚਾਹੀਦਾ, ਠੀਕ ਹੈ। ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਜਿਹੜੇ ਚੋਣ ਕੀਤੀ ਗਈ, ਜਿੱਥੇ ਪ੍ਰਧਾਨਗੀ ਦੀ ਚੋਣ ਕੀਤੀ, ਮੀਤ ਪ੍ਰਧਾਨ ਦੀ ਚੋਣ ਕੀਤੀ, ਉੱਥੇ ਜ਼ਿਲ੍ਹਾ ਯੋਜਨਾ ਬੋਰਡ ਦਾ ਜਿਹੜਾ ਪਹਿਲਾਂ ਕੇਵਲ ਸਿੰਘ ਢਿੱਲੋਂ ਨੂੰ ਆਪ ਉਹ ਮਤਲਬ ਇਹਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਣੇ ਤੇ ਫਿਰ ਉਹਨਾਂ ਨੇ ਆਪਦੇ ਬੇਟੇ ਨੂੰ ਬਣਾਇਆ। ਇਹਦਾ ਵੀ ਕਾਂਗਰਸੀਆਂ ਦੇ ਵਿੱਚ ਕੋਈ ਰੋਸ ਲੱਗਦਾ ਵੀ? ਬਿਲਕੁਲ ਦੋਸ਼ ਆ ਜੀ, ਬਹੁਤ ਸੀਨੀਅਰ ਕਾਂਗਰਸੀ ਬੈਠੇ ਆ ਜਿਨ੍ਹਾਂ ਨੂੰ ਉਹਦੇ ਤੇ ਨਵਾਜਣਾ ਚਾਹੀਦਾ ਸੀ। DC ਦਫ਼ਤਰ ਦੇ ਵਿੱਚ ਉਹ ਆਫਿਸ ਬਣਿਆ ਹੋਇਆ, ਕੋਈ ਕਾਂਗਰਸ ਦਾ ਸੀਨੀਅਰ ਵਰਕਰ ਬੈਠਦਾ, ਮੈਂ ਕਹਿੰਦਾ ਅਸੀਂ ਨਹੀਂ, ਬਹੁਤ ਸੀਨੀਅਰ ਬੰਦੇ ਬੈਠੇ ਆ ਜਿਨ੍ਹਾਂ ਨੇ ਕਾਂਗਰਸ ਦੀ ਸੇਵਾ ਕੀਤੀ ਆ। ਸਰਕਾਰੀ ਦਫ਼ਤਰ ਆ, ਸਰਕਾਰੀ ਗੱਡੀ ਹੁੰਦੀ ਆ ਉੱਥੇ, ਲੋਕਾਂ ਦੇ ਕੰਮ ਕਰਾਉਂਦਾ, ਕਾਂਗਰਸ ਨਾਲ ਜੋੜਦਾ। ਦੇਖੋ ਇੱਕ ਚੀਜ਼ ਮੈਂ ਬੜੀ ਧਿਆਨ ਨਾਲ ਕਹਿਣਾ ਚਾਹੁੰਦਾ ਨਿੱਕਾ ਜੀ, ਇੱਥੇ ਕੋਈ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਦਫ਼ਤਰ ਨਹੀਂ ਹੈਗਾ, ਠੀਕ ਹੈ, ਕੋਈ ਬਲਾਕ ਕਾਂਗਰਸ ਕਮੇਟੀ ਦਾ ਦਫ਼ਤਰ ਨਹੀਂ ਹੈਗਾ, ਜਿੱਥੇ ਆਮ ਪਬਲਿਕ ਜਾ ਕੇ, ਕਾਂਗਰਸੀ ਵਰਕਰ ਜਾ ਕੇ ਆਪਦੇ ਜ਼ਿਲ੍ਹਾ ਪ੍ਰਧਾਨ ਨੂੰ ਜਾਂ ਬਲਾਕ ਪ੍ਰਧਾਨ ਨੂੰ ਆਪਣੀ ਤਕਲੀਫ ਦੱਸ ਸਕੇ। ਜਿਹਨੇ ਇੱਥੇ ਹਾਲਤ ਇਹ ਹੈ ਵੀ ਇੱਕ ਬੰਦੇ ਦੇ ਦੁਆਲੇ ਸਾਰੀ ਰਾਜਨੀਤੀ ਨਹੀਂ, ਉਹ ਚਾਹੁੰਦੇ ਹੀ ਨਹੀਂ, ਕਾਂਗਰਸ ਵਰਕਰ ਦੀ ਦੁੱਖ ਤਕਲੀਫ ਸਮਝਣਾ ਕੋਈ ਚਾਹੁੰਦਾ ਹੀ ਨਹੀਂ। ਸਾਰਾ ਕੇਂਦਰ ਬਿੰਦੂ ਇੱਕ ਜਗ੍ਹਾ ਤੇ ਰੱਖਣਾ ਚਾਹੁੰਦੇ ਆ ਵੀ ਇੱਥੋਂ ਹੀ ਸਾਰਾ ਕੁਝ ਚੱਲੇ। ਜੇ ਕਾਂਗਰਸੀ ਵਰਕਰ ਕਿਸੇ ਨੂੰ ਆਪਣੀ ਦੁੱਖ ਤਕਲੀਫ ਦੱਸਣਗੇ, ਹੋਰ ਦੱਸਣਗੇ, ਉਹ ਤਕੜੇ ਨਾ ਹੋ ਜਾਣ, ਉਹ ਇਕੱਠੇ ਨਾ ਹੋ ਜਾਣ, ਇਕੱਠੇ ਹੋ ਕੇ ਵਿਕਾਸ ਵਾਸਤੇ ਕੋਈ ਵਿਚਾਰ ਵਟਾਂਦਰਾ ਨਾ ਕਰ ਲੈਣ। ਇਸ ਕਰਕੇ ਇੱਕੋ ਹੀ ਕੇਂਦਰ ਬਿੰਦੂ ਰੱਖਿਆ ਹੋਇਆ ਵੀ ਇੱਥੋਂ ਮੋਦੀ ਰਾਹੀਂ ਆਉਣਾ ਤੇ ਆਹ ਮੋਦੀ ਰਾਹੀਂ ਨਿਕਲਣਾ। ਨਹੀਂ, ਜਿਵੇਂ ਹੁਣ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੀ ਗੱਲ ਮੈਂ ਦੁਬਾਰਾ ਫੇਰ ਕਰਦਾ ਵੀ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਹੈ ਜਿਹੜਾ ਕੇਵਲ ਸਿੰਘ ਢਿੱਲੋਂ ਦੇ ਬੇਟੇ ਨੇ, ਉਹ ਅਹੁਦਾ ਜ਼ਰੂਰ ਸੰਭਾਲਿਆ, ਪਰ ਸੰਭਾਲਣ ਤੋਂ ਬਾਅਦ ਅੱਜ ਤੱਕ ਦਫ਼ਤਰ ਖੁੱਲੇ ਹੀ ਨਹੀਂ, ਜਿੰਦਾ ਹੀ ਲੱਗਿਆ ਪਿਆ। ਉੱਥੇ ਕਿਹੋ ਜਿਹੀਆਂ ਯੋਜਨਾਵਾਂ ਦੀ ਤੁਸੀਂ ਉਮੀਦ ਕਰਦੇ ਹੋ? ਯੋਜਨਾਵਾਂ ਕਾਹਦੀਆਂ ਹੋਣੀਆਂ ਜੀ, ਲੋਕਾਂ ਨੂੰ ਪਤਾ ਜਿੰਦਾ ਲੱਗਿਆ ਹੋਇਆ ਉੱਥੇ। ਕੋਈ ਮੀਟਿੰਗ ਨਹੀਂ, ਕੋਈ ਹੋਰ ਨਹੀਂ, ਪਲੈਨਿੰਗ ਬੋਰਡ ਦੇ ਕੋਈ ਮੈਂਬਰ ਨਹੀਂ ਲਾਏ, ਕੋਈ ਇੰਪਰੂਵਮੈਂਟ ਟਰਸਟ ਦੇ ਮੈਂਬਰ ਨਹੀਂ ਲਾਏ। ਕਿਸੇ ਵਰਕਰ ਨੂੰ ਮੈਂ ਤਾਂ ਪਹਿਲਾਂ ਕਹਿ ਕੇ ਚੁੱਕਿਆ, ਨਹੀਂ ਕਈ ਲਾਉਣਾ ਚਾਹੀਦਾ ਸੀ। ਇਹ ਵਰਕਰਾਂ ਦਾ ਮਾਨ ਸਨਮਾਨ ਹੁੰਦਾ ਹੈਗਾ ਜਿਹੜੇ ਦਰੀਆਂ ਝਾੜਦੇ ਆ, ਪਾਰਟੀ ਵਾਸਤੇ ਮਰਦੇ ਆ, ਖੱਪਦੇ ਆ। ਫਿਰ ਤਾਂ ਵਿਧਾਇਕ ਵੀ ਅਸੀਂ, ਪਲੈਨਿੰਗ ਬੋਰਡ ਵੀ ਅਸੀਂ, ਬਾਕੀ ਜਿਹੜੇ ਕੋਈ 2-4 ਉਹਦੇ ਦਾ ਕਿ ਫਿਰ ਆਪਦੇ, ਹਾਂ ਫਿਰ ਤਾਂ ਆਪਦੇ ਪਰਿਵਾਰ 'ਚ ਚੱਲੀ ਜਾਂਦਾ ਸਾਰਾ ਕੁਝ। ਜਿਹੜੀ ਤੁਹਾਨੂੰ ਲੱਗਦਾ ਵੀ ਇਹ ਪਰਿਵਾਰਵਾਦ ਆ ਜਿਹੜਾ ਉਹ ਪੂਰੀ ਤਰ੍ਹਾਂ ਭਾਰੂ? ਬਿਲਕੁਲ, ਮੈਂ ਤਾਂ ਕਹਿੰਦਾ ਜਿਹਨੂੰ ਪੰਜਾਬੀ 'ਚ ਕਹਿੰਦੇ ਆਗੇ ਵੀ ਅੰਨਾ ਵੱਡੇ ਰਿਉੜੀਆਂ ਮੁੜ ਘਰਦਿਆਂ ਨੂੰ ਦੇ। ਇੱਥੇ ਕਾਂਗਰਸ 'ਚ VIP ਕਲਚਰ ਹਾਵੀ ਹੋਇਆ ਹੈਗਾ। ਜਿਹੜੇ ਵਰਕਰ ਕਾਂਗਰਸ 'ਚ ਮਦਦ ਕਰਦੇ ਆ ਕਾਂਗਰਸ ਉਮੀਦਵਾਰ ਦੀ, ਉਹ ਇਸ ਭੁਲੇਖੇ 'ਚ ਹੀ ਵੀ ਇਹਨਾਂ ਦੇ ਡੰਡੇ ਮਾਰੋ, ਇਹਨਾਂ ਨੂੰ ਭਜਾ ਦਿਓ। ਜਿਹੜੇ ਟਕਸਾਲੀ ਕਾਂਗਰਸੀ ਵਰਕਰ ਆ ਵੀ ਇਹਨਾਂ ਨੇ ਕਿੱਥੇ ਜਾਣਾ, ਜਦੋਂ ਇਲੈਕਸ਼ਨ ਆ ਗਈਆਂ, ਜਦੋਂ ਢੋਲ ਵੱਜਿਆ, ਆਪੇ ਘੁੰਗਰੂ ਪਾ ਕੇ ਨੱਚਣ ਲੱਗ ਜਾਣਗੇ। ਪਰ ਇਹ ਲੀਡਰਾਂ ਦੀ ਗਲਤ ਫਹਿਮੀ ਆ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਠੀਕ ਹੈ ਲੋਟਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਨਿੱਕਾ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸੁਣਿਆ। ਧੰਨਵਾਦ ਜੀ ਨਿੱਕਾ ਜੀ।